ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸੁਣ ਸਖੀਏ ਮਿਲ ਉਦਮ ਕਰੇਹਾ, ਮਨਾਏ ਲੈ ਹਰ ਕੰਤੈ। ਮਾਨ ਤਿਆਗ ਕਰ ਭਗਤ ਠਗੌਰੀ, ਮੋਹ ਹੋ ਸਾਧੂ ਮੰਤੈ। ਸੁਣ ਸਖੀਏ ਮਿਲ ਉਦਮ ਕਰੇਹਾ, ਮਨਾਏ ਲੈ ਹਰ ਕੰਤੈ। ਮਾਨ ਤਿਆਗ ਕਰ ਭਗਤ ਠਗੌਰੀ, ਮੋਹ ਹੋ ਸਾਧੂ ਮੰਤੈ। ਸਖੀ ਵਸ ਆਇਆ ਫਿਰ ਛੋੜ ਨ ਜਾਈ, ਇਹ ਰੀਤ ਭਲੀ ਭਗਵੰਤੈ। ਨਾਨਕ ਜਰਾ ਮਰਨ ਭੈ ਨਰਕ ਨਿਵਾਰੈ, ਪਨੀਤ ਕਰੈ ਤਿਸ ਜੰਤੈ। ਸੁਣ ਸਖੀਏ ਇਹ ਭਲੀ ਬੇਨੰਤੀ, ਇਹੋ ਮਤਾਂਤ ਪਕਾਈਐ। ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਵਿੰਦ ਹੀ ਗਾਈਐ। ਕਾਲ ਕਲੇਸ਼ ਮਿਟੇ ਭ੍ਰਮ ਨਾਸੇ, ਮਨ ਚਿੰਦਿਆ ਫਲ ਪਾਈਐ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਨਾਨਕ ਨਾਮ ਧਿਆਈਐ। ਸਾਖੀ ਇਚ ਕਰੇ ਨਿਤ ਸੁਖ ਮਨਾਈ, ਪ੍ਰਭ ਮੇਰੀ ਆਸ ਪੁਜਾਈ। ਚਰਨ ਪਿਆਸੀ ਦਰਸ ਬੈਰਾਗਣ, ਵੇਖੋ ਥਾਨ ਸੁਵਾਏ। ਖੋਜ ਲਹੋ ਹਰ ਸੰਤ ਜਨਾ ਸੰਗ, ਸਮਰੱਥ ਪੁਰਖ ਮਿਲਾਏ। ਨਾਨਕ ਤਿਨ ਮਿਲਿਆ ਸੁਰਜਨ ਸੁਖ ਦਾਤਾ, ਸੇ ਬੜ ਭਾਗੀ ਮਾਏ। ਸਖੀ ਨਾਲ ਬਸਾਂ ਆਪਣੇ ਨਹਾ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿਲਿਆ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਫਿਰ ਮਿਲਿਆ। ਭ੍ਰਮ ਖੋਇਓ ਸਾਥ ਸਹਿਜ ਸੁਆਮੀ, ਪਰਗਾਸ ਭਇਆ ਕੌਲ ਖਿਲਿਆ। ਬਰ ਪਾਇਆ ਪ੍ਰਭ ਅੰਤਰ ਜਾਮੀ, ਨਾਨਕ ਸੁਹਾਗ ਨਾ ਟਲਿਆ। ਬਰ ਪਾਇਆ ਪ੍ਰਭ ਅੰਤਰ ਜਾਮੀ, ਨਾਨਕ ਸੁਹਾਗ ਨਾ ਟਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਧੰਨ।
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਗੁਰੂ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਸੰਤ ਵਿੱਚ ਤਿੰਨ ਸਖੀਆਂ ਦਾ ਸਮਾਦ ਰੂਪ ਕਰਕੇ ਜਿਹੋ ਜਿਹਾ ਕੋਈ ਪ੍ਰਸ਼ਨ ਕਰਨ ਵਾਲਾ ਆਉਂਦਾ ਹੈ ਉਸ ਪ੍ਰਕਾਰ ਦਾ ਗੁਰੂ ਜੀ ਉੱਤਰ ਬਖਸ਼ਿਸ਼ ਕਰਦੇ ਹਨ। ਮਹਾਰਾਜ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੁਣ ਸਖੀਏ ਮਿਲ ਉਦਮ ਕਰੇਹਾ, ਮਨਾਏ ਲੈ ਹਰ ਕੰਤੈ। ਮਹਾਰਾਜ ਜੀ ਕਹਿਣ ਲੱਗੇ, ਹੇ ਮਹਾਤਮਾ ਰੂਪੀ ਸਖੀਏ, ਅਸੀਂ ਆਪਸ ਵਿੱਚ ਮਿਲ ਕੇ ਉਦਮ ਯਤਨ ਕਰੀਏ ਅਤੇ ਆਪਾ ਭਾਵ ਛੱਡ ਕੇ ਨਿਮਰਤਾ ਨਾਲ ਉਸ ਕੰਤੈ ਉਸ ਪਤੀ ਹਰੀ ਅਕਾਲ ਪੁਰਖ ਨੂੰ ਭਗਤੀ ਕਰਕੇ ਮਨਾਏ ਲਹਿ ਕੇ ਮਨਾ ਲਈਏ, ਭਾਵ ਪ੍ਰਸੰਨ ਕਰ ਲਈਏ। ਸੁਣ ਸਖੀਏ ਮਿਲ ਉਦਮ ਕਰੇਹਾ, ਮਨਾਏ ਲੈ ਹਰ ਕੰਤੈ। ਮਹਾਰਾਜ ਜੀ ਕਹਿਣ ਲੱਗੇ, ਹੇ ਮਹਾਤਮਾ ਰੂਪ ਸਖੀਏ, ਅਸੀਂ ਆਪਸ ਵਿੱਚ ਮਿਲ ਕੇ ਉਦਮ ਕਰੇਹਾ ਉਦਮ ਯਤਨ ਕਰੀਏ ਅਤੇ ਆਪਾ ਭਾਵ ਛੱਡ ਕੇ ਨਿਮਰਤਾ ਨਾਲ ਉਸ ਕੰਤੈ ਉਸ ਪਤੀ ਹਰੀ ਅਕਾਲ ਪੁਰਖ ਨੂੰ ਭਗਤੀ ਕਰਕੇ ਮਨਾ ਲਈਏ, ਭਾਵ ਪ੍ਰਸੰਨ ਕਰ ਲਈਏ। ਜਗਿਆਸੂ ਕਹਿੰਦਾ ਹੈ ਕਿ ਇਹ ਮਹਾਰਾਜ ਪਰਮੇਸ਼ਰ ਨੂੰ ਕਿਵੇਂ ਮਨਾਈਏ, ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਮਾਨ ਤਿਆਗ ਕਰ ਭਗਤ ਠਗੌਰੀ, ਮੋਹ ਸਾਧੂ ਮੰਤੈ। ਕਿ ਆਪਣੇ ਆਪ ਦਾ ਮਾਨ ਹੰਕਾਰ ਤਿਆਗ ਕੇ ਛੱਡ ਕਰਕੇ ਭਗਤ ਠਗੌਰੀ ਭਗਤੀ ਰੂਪੀ ਠਗੌਰੀ ਠੱਗ ਬੂਟੀ ਪਾ ਕੇ ਅਤੇ ਮੋਹ ਸਾਧੂ ਮੰਤੈ ਅਤੇ ਸਾਧੂ ਸ੍ਰੇਸ਼ਟ ਮਹਾਤਮਾ ਗੁਰੂ ਸਾਹਿਬ ਜੀ ਦੇ ਮੰਤੈ ਉਪਦੇਸ਼ ਦੁਆਰਾ ਉਸ ਪ੍ਰਭੂ ਨੂੰ ਮੋਹਤ ਕਰਕੇ ਪ੍ਰਸੰਨ ਕਰ ਲਈਦਾ ਹੈ। ਮਾਨ ਤਿਆਗ ਕਰ ਭਗਤ ਠਗੌਰੀ, ਕਿ ਆਪਣੇ ਆਪ ਦਾ ਮਾਨ ਹੰਕਾਰ ਤਿਆਗ ਕੇ ਛੱਡ ਕਰਕੇ ਭਗਤ ਠਗੌਰੀ ਭਗਤੀ ਰੂਪੀ ਠਗੌਰੀ ਠੱਗ ਬੂਟੀ ਪਾ ਕੇ ਮੋਹ ਸਾਧੂ ਮੰਤੈ ਅਤੇ ਸਾਧੂ ਸ੍ਰੇਸ਼ਟ ਮਹਾਤਮਾ ਗੁਰੂ ਸਾਹਿਬ ਜੀ ਦੇ ਮੰਤੈ ਮੰਤਰ ਨੂੰ ਉਪਦੇਸ਼ ਦੁਆਰਾ ਉਸ ਪ੍ਰਭੂ ਨੂੰ ਮੋਹਤ ਕਰਕੇ ਪ੍ਰਸੰਨ ਕਰ ਲੈ। ਸਖੀ ਬਸ ਆਇਆ ਫਿਰ ਛੋੜ ਨਾ ਜਾਈ, ਹੇ ਸਖੀਏ, ਜਿਸ ਭਗਤ ਦੇ ਪ੍ਰੇਮ ਕਰਕੇ ਵਾਹਿਗੁਰੂ ਇੱਕ ਵਾਰ ਬਸ ਵਿੱਚ ਆ ਗਿਆ, ਅਧੀਨਗੀ ਵਿੱਚ ਆ ਗਿਆ, ਤਾਂ ਫਿਰ ਛੋੜ ਨਾ ਜਾਈ, ਤਾਂ ਫਿਰ ਦੁਬਾਰਾ ਛੱਡ ਕੇ ਕਿਤੇ ਨਹੀਂ ਜਾਂਦਾ। ਇਹ ਰੀਤ ਭਲੀ ਭਗਵੰਤ ਹੈ, ਇਹ ਉਸ ਭਗਵੰਤ ਹੈ, ਉਸ ਪਰਮੇਸ਼ਰ ਦੀ ਭਲੀ ਚੰਗੀ ਰੀਤ ਹੈ, ਚੰਗੀ ਮਰਜ਼ਾਦਾ ਹੈ ਕਿ ਹੇ ਸਖੀਏ, ਜਿਸ ਭਗਤ ਦੇ ਪ੍ਰੇਮ ਕਰਕੇ ਵਾਹਿਗੁਰੂ ਇੱਕ ਵਾਰ ਬਸ ਆ ਗਿਆ, ਅਧੀਨਗੀ ਵਿੱਚ ਆ ਗਿਆ, ਤਾਂ ਫਿਰ ਦੁਬਾਰਾ ਛੱਡ ਕੇ ਕਿਤੇ ਨਹੀਂ ਜਾਂਦਾ। ਇਹ ਉਹ ਪਰਮੇਸ਼ਰ ਦੀ ਚੰਗੀ ਰੀਤ ਹੈ, ਚੰਗੀ ਮਰਜ਼ਾਦਾ ਹੈ ਕਿ ਫਿਰ ਉਹ ਦੁਬਾਰਾ ਕਿਤੇ ਛੱਡ ਕੇ ਨਹੀਂ ਜਾਂਦਾ। ਹੇ ਮਹਾਰਾਜ, ਪ੍ਰੇਮ ਕਰਨ ਵਾਲਿਆਂ ਨੂੰ ਸੁੱਖ ਕੀ ਮਿਲਦਾ ਹੈ, ਜਿਨ੍ਹਾਂ ਨੂੰ ਦੇ ਅਧੀਨਗੀ ਵਿੱਚ ਪਰਮੇਸ਼ਰ ਆ ਜਾਂਦਾ ਹੈ, ਤੇ ਉਹਨਾਂ ਨੂੰ ਫਿਰ ਸੁੱਖ ਕੀ ਮਿਲਦਾ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਨਾਨਕ ਜਰਾ ਮਰਨ ਪੈ ਨਰਕ ਨਿਵਾਰੈ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦੇ ਪਰਮੇਸ਼ਰ ਬਸ ਆਇਆ ਹੈ, ਅਧੀਨਗੀ ਵਿੱਚ ਆਇਆ ਹੈ, ਉਸ ਜਨਤਾ ਉਸ ਜੀਵ ਨੂੰ ਪੁਨੀਤ ਪਵਿੱਤਰ ਕਰ ਦਿੰਦਾ ਹੈ। ਨਾਨਕ ਜਰਾ ਮਰਨ ਭੈ ਨਰਕ ਨਿਵਾਰੈ, ਪੁਨੀਤ ਕਰੈ ਤਿਸ ਜਨਤੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦੇ ਪਰਮੇਸ਼ਰ ਬਸ ਆਇਆ ਹੈ, ਉਸ ਜਨਤਾ ਉਸ ਜੀਵ ਨੂੰ ਪੁਨੀਤ ਪਵਿੱਤਰ ਕਰ ਦਿੰਦਾ ਹੈ ਅਤੇ ਉਸ ਦਾ ਜਰਾ ਬੁਢੇਪਾ, ਜਨਮ ਮਰਨ ਅਤੇ ਨਰਕਾਂ ਦਾ ਭੈ ਡਰ ਨਿਵਰਤ ਕਰ ਦਿੰਦਾ ਹੈ। ਉਸ ਜੀਵ ਨੂੰ ਐਸਾ ਪਵਿੱਤਰ ਕਰ ਦਿੰਦਾ ਹੈ ਕਿ ਉਹ ਉਲਟ ਕੇ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ। ਅਗਲੇ ਪਦੇ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਸੁਣ ਸਖੀਏ ਇਹ ਭਲੀ ਬਿਨੰਤੀ, ਇਹੋ ਮਤਾਂਤ ਪਕਾਈਐ। ਮਹਾਰਾਜ ਜੀ ਕਹਿਣ ਲੱਗੇ, ਹੇ ਸਖੀਏ ਇਹ ਮੇਰੀ ਭਲੀ ਚੰਗੀ ਬੇਨਤੀ ਸੁਣਨਾ ਕਰ। ਸੁਣ ਸਖੀਏ ਇਹ ਭਲੀ ਬੇਨਤੀ, ਕਿ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਹੇ ਸਖੀਏ ਮੇਰੀ ਇਹ ਭਲੀ ਇਹ ਚੰਗੀ ਬੇਨੰਤੀ ਬੇਨਤੀ ਸੁਣਨਾ ਕਰ। ਇਹ ਵੇਦਾਂ ਸ਼ਾਸਤਰਾਂ ਦਾ ਅਸਲੀ ਮਤਾਂਤ, ਅਸਲੀ ਸਿਧਾਂਤ ਹੈ। ਇਹ ਸਾਰਿਆਂ ਮਤਾਂਤ ਮਤਾਂ ਦਾ ਅੰਤ ਹੈ। ਇਸ ਨੂੰ ਚਿੱਤ ਵਿੱਚ ਪਕਾਉਣਾ ਕਰ, ਭਾਵ ਦ੍ਰਿੜ ਕਰਨਾ ਕਰ। ਸੁਣ ਸਖੀਏ ਇਹ ਭਲੀ ਬੇਨੰਤੀ, ਇਹੋ ਮਤਾਂਤ ਪਕਾਈਐ, ਕਿ ਹੇ ਸਖੀਏ ਇਹ ਮੇਰੀ ਚੰਗੀ ਇੱਕ ਬੇਨਤੀ ਸੁਣਨਾ ਕਰ। ਇਹ ਵੇਦਾਂ ਸ਼ਾਸਤਰਾਂ ਦਾ ਅਸਲੀ ਸਿਧਾਂਤ ਹੈ। ਇਹ ਸਾਰਿਆਂ ਮਤਾਂ ਦਾ ਅੰਤ ਹੈ। ਇਸ ਨੂੰ ਚਿੱਤ ਦੇ ਵਿੱਚ ਪਕਾਉਣਾ ਕਰ, ਭਾਵ ਦ੍ਰਿੜ ਕਰਨਾ ਕਰ। ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਬਿੰਦ ਹੈ ਗਾਈਐ, ਕਿ ਸੁਤੇ ਸਿੱਧ ਹੀ ਸੁਭਾਏ ਪ੍ਰੇਮ ਕਰਕੇ। ਸੰਸਾਕਾਰ ਉਪਾਧੀ ਆਦਿ ਵਿਆਧੀ ਉਪਾਧੀ ਤੋਂ ਰਹਿਤ ਹੋ ਕੇ ਗੀਤ ਗੋਬਿੰਦ ਹੈ ਗਾਈਐ। ਗੋਬਿੰਦ ਪਰਮੇਸ਼ਰ ਦੇ ਗੀਤ ਉਪਮਾ ਦੇ, ਉਪਮਾ ਨੂੰ ਗਾਉਣਾ ਕਰ, ਉਸ ਦੇ ਜਸ ਨੂੰ ਗਾਉਣਾ ਕਰ। ਸਹਿਜ ਸੁਭਾਏ ਉਪਾਦ ਰਹਿਤ ਹੋਏ, ਕਿ ਸਹਿਜ ਸੁਤੇ ਸਿੱਧ ਹੀ ਸੁਭਾਏ ਪ੍ਰੇਮ ਕਰਕੇ। ਸੰਸਾਕਾਰ ਉਪਾਧੀ ਆਦਿ ਵਿਆਧੀ ਉਪਾਧੀ ਤੋਂ ਰਹਿਤ ਹੋ ਕੇ ਗੀਤ ਗੋਬਿੰਦ ਹੈ ਗਾਈਐ, ਕਿ ਗੋਬਿੰਦ ਧਰਤੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਗੀਤ ਨੂੰ ਗਾਉਣਾ ਕਰ, ਜਸ ਨੂੰ ਗਾਉਣਾ ਕਰ। ਜਸ ਗਾਉਣੇ ਕਰਕੇ ਕਾਲ ਕਲੇਸ਼ ਮਿਟੇ ਭਰਮ ਨਾਸੇ, ਮਨ ਚਿੰਦਿਆ ਫਲ ਪਾਈਐ। ਕਿ ਪਰਮੇਸ਼ਰ ਦੇ ਗੁਣ ਗਾਉਣੇ ਕਰਕੇ ਕਾਲ ਕਲੇਸ਼ ਮਿਟੇ ਭਰਮ ਨਾਸਹਿ, ਕਿ ਕਾਲ ਕਲੇਸ਼, ਕਾਲ ਝਗੜੇ, ਕਲਪਨਾ ਤੇ 5 ਪ੍ਰਕਾਰ ਦੇ ਕਲੇਸ਼ ਮਿਟ ਜਾਂਦੇ ਹਨ। 5 ਪ੍ਰਕਾਰ ਦਾ ਭਰਮ ਨਾਸ ਹੋ ਜਾਂਦਾ ਹੈ ਅਤੇ ਮਨ ਚਿੰਦਿਆ ਫਲ ਪਾਈਐ। ਮਨ ਚਿੰਦਿਆ ਮਨ ਇੱਛਤ ਫਲ ਪਾ ਲੈਂਦੇ ਹਨ। ਜੇ ਉਸ ਗੋਬਿੰਦ ਦੇ ਪਰਮੇਸ਼ਰ ਦੇ ਗੀਤ ਗਾਉਣਾ ਕਰੀਏ, ਉਪਮਾ ਕਰੀਏ, ਉਸ ਪਰਮੇਸ਼ਰ ਦਾ ਜਸ ਗਾਉਣਾ ਕਰੀਏ, ਪਰਮੇਸ਼ਰ ਦੇ ਗੁਣ ਗਾਉਣੇ ਕਰਕੇ ਕਲ ਕਲੇਸ਼ ਮਿਟੇ ਭਰਮ ਨਾਸੇ, ਕਿ ਕਲ ਝਗੜੇ, ਕਲ ਕਲਪਨਾ ਤੇ 5 ਪ੍ਰਕਾਰ ਦੇ ਕਲੇਸ਼ ਮਿਟ ਜਾਂਦੇ ਹਨ। 5 ਪ੍ਰਕਾਰ ਦਾ ਭਰਮ ਨਾਸ ਹੋ ਜਾਂਦਾ ਹੈ। ਮਨ ਚਿੰਦਿਆ ਫਲ ਪਾਈਐ, ਅਤੇ ਮਨ ਚਿੰਦਿਆ ਮਨ ਇੱਛਤ ਫਲ ਪਾ ਲੈਂਦਾ ਹੈ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਨਾਨਕ ਨਾਮ ਧਿਆਈਐ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ ਕਿ ਜੋ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਹੈ, ਸਾਰਿਆਂ ਦੇ ਤਾਂ ਹੀ ਪੂਰਨ ਕਰਨ ਵਾਲਾ ਹੈ, ਕਿ ਪਰਮੇਸ਼ਰ ਪਰਮ ਈਸ ਪਰਮ ਵੱਡਾ ਈਸ਼ਰ ਵਿਭੂਤੀ ਵਾਲਾ ਹੈ। ਉਸ ਦੇ ਨਾਮ ਨੂੰ ਨਾਨਕ ਨਾਮ ਧਿਆਈਐ, ਉਸ ਦੇ ਨਾਮ ਨੂੰ ਧਿਆਉਣਾ ਕਰੀਏ। ਜੋ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਹੈ, ਕਿ ਸਭ ਦੇ ਤਾਈਂ ਪੂਰਨ ਕਰਨ ਵਾਲਾ ਹੈ। ਪਰਮੇਸ਼ਰ ਵੱਡਾ ਈਸ਼ਰ ਵਿਭੂਤੀ ਵਾਲਾ ਹੈ।
ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਸਖੀ ਇਚ ਕਰੀ ਨਿਤ ਸੁਖ ਮਨਾਈ, ਪ੍ਰਭ ਮੇਰੀ ਆਸ ਪੁਜਾਏ। ਹੇ ਸਖੀਏ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਸਖੀਏ, ਇਸ ਤਰ੍ਹਾਂ ਦੀ ਨਿਤ ਹੁੰਦਾ, ਹਮੇਸ਼ਾ ਇੱਛ ਹੁੰਦਾ, ਇੱਛਾ ਕਰੀ ਦੀ ਹੈ। ਸਖੀ ਇੱਛ ਕਰੀ ਨਿਤ ਸੁਖ ਮਨਾਈ। ਹੇ ਸਖੀਏ, ਇਸ ਤਰ੍ਹਾਂ ਦੀ ਹਮੇਸ਼ਾ ਇੱਛਾ ਕਰੀਏ ਅਤੇ ਸੁਖ ਮਨਾਈਏ ਕਿ ਹੇ ਪ੍ਰਭੂ, ਹੈ ਵਾਹਿਗੁਰੂ, ਮੇਰੀ ਆਸਾ ਪੂਰੀ ਕਰ। ਪ੍ਰਭ ਮੇਰੀ ਆਸ ਪੁਜਾਏ। ਹੇ ਪ੍ਰਭੂ, ਮੇਰੀ ਆਸਾ ਪੂਰੀ ਕਰ ਦੇਵੋ ਅਤੇ ਮੈਨੂੰ ਹਰੀ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਹੇ ਸਖੀ, ਮੈਂ ਨਿੱਤਾ ਪ੍ਰਤੀ ਇੱਛਾ ਕਰਦੀ ਹਾਂ ਕਿ ਸੁੱਖ ਮਨਾਉਂਦੀ ਹਾਂ ਕਿ ਹੇ ਪ੍ਰਭੂ, ਹੋਏ ਵਾਹਿਗੁਰੂ, ਮੇਰੀ ਵੀ ਆਸਾ ਪੂਰਨ ਕਰ ਦੇਵੋ। ਚਰਨ ਪਿਆਸੀ ਦਰਸ ਬੈਰਾਗਨ, ਵੇਖੋ ਥਾਨ ਸੁਭਾਏ। ਚਰਨ ਪਿਆਸੀ ਦਰਸ ਬੈਰਾਗਣ, ਪੇਖੋ ਥਾਨ ਸੁਭਾਏ। ਕਿ ਉਸ ਦੇ ਚਰਨਾਂ ਦੀ ਤਿਹਾਈ ਪਿਆਸੀ ਅਤੇ ਦਰਸ਼ਨਾਂ ਵੱਲੋਂ ਬੈਰਾਗ ਦੇ ਸਹਿਤ ਬੈਰਾਗਣ, ਬੈਰਾਗਵਾਨ ਹੋ ਕੇ ਸਵਾਏ ਸਭ ਥਾਂ, ਸਭ ਅਸਥਾਨਾਂ ਨੂੰ ਦੇਖਦੀ ਫਿਰਦੀ ਹਾਂ। ਚਰਨ ਪਿਆਸੀ ਦਰਸ ਬੈਰਾਗਨ, ਪੇਖੋ ਥਾਨ ਸਵਾਏ। ਕਿ ਉਸ ਦੇ ਚਰਨਾਂ ਦੀ ਤਿਹਾਈ ਪਿਆਸੀ ਦਰਸ਼ਨਾਂ ਵੱਲੋਂ ਬੈਰਾਗ ਦੇ ਸਹਿਤ ਬੈਰਾਗਣ ਹੋ ਕੇ ਸਾਰੇ ਅਸਥਾਨਾਂ ਨੂੰ ਵੇਖਦੀ ਫਿਰਦੀ ਹਾਂ, ਪਰ ਕਿਤੋਂ ਦਰਸ਼ਨਾਂ ਦੀ ਪ੍ਰਾਪਤੀ ਨਹੀਂ ਹੋਈ। ਖੋਜ ਲਹੋ ਹਰ ਸੰਤ ਜਿਨ੍ਹਾਂ ਸੰਗ, ਸਮਰੱਥ ਪੁਰਖ ਮਿਲਾਏ। ਮਹਾਰਾਜ ਜੀ ਕਹਿਣ ਲੱਗੇ, ਹੇ ਸਖੀ, ਸੰਤ ਜਨਾਂ ਨਾਲ ਮਿਲ ਕੇ ਹਰੀ ਅਕਾਲ ਪੁਰਖ ਨੂੰ ਖੋਜ ਲੈਣਾ ਕਰ, ਲੱਭ ਲੈਣਾ ਕਰ, ਕਿਉਂਕਿ ਉਹ ਅਕਾਲ ਪੁਰਖ ਦੇ ਨਾਲ ਮਿਲਾਉਣ ਨੂੰ ਸੰਤ ਸਮਰੱਥ ਹਨ, ਗੁਰੂ ਸਮਰੱਥ ਹਨ। ਹਰੀ ਅਕਾਲ ਦੇ ਸੰਤ ਜਨਾਂ, ਮਹਾਤਮਾ ਜਨਾਂ ਦੀ ਸੰਗਤ ਕਰਕੇ ਉਸ ਦੀ ਖੋਜ, ਉਸ ਦੀ ਪੜਤਾਲ ਲੱਖਣਾ ਕਰ। ਉਸ ਸਰਬ ਕਲਾ ਸਮਰੱਥ ਅਕਾਲ ਪੁਰਖ ਦੇ ਨਾਲ ਸੰਤ ਮੇਲ ਦੇਣਗੇ, ਗੁਰੂ ਮੇਲ ਦੇਣਗੇ। ਨਾਨਕ ਤਿਨ ਮਿਲਿਆ ਸੁਰਜਨ ਸੁਖ ਦਾਤਾ, ਸੇ ਬੜ ਭਾਗੀ ਮਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨੂੰ ਸ੍ਰੇਸ਼ਟਤਾਈ ਨੂੰ ਪੈਦਾ ਕਰਨ ਵਾਲਾ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਸੁੱਖਾਂ ਦਾ ਦਾਤਾ ਮਿਲਿਆ ਹੈ, ਭਾਵ ਪ੍ਰਾਪਤ ਹੋਇਆ ਹੈ। ਨਾਨਕ ਤਿਨ ਮਿਲਿਆ ਸੁਰਜਨ ਸੁਖ ਦਾਤਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਿੰਨ ਹੁੰਦਾ ਉਸ ਨੂੰ ਸ੍ਰੇਸ਼ਟਤਾਈ ਨੂੰ ਪੈਦਾ ਕਰਨ ਵਾਲਾ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਸੁੱਖਾਂ ਦਾ ਦਾਤਾ ਮਿਲਿਆ ਹੈ, ਭਾਵ ਪ੍ਰਾਪਤ ਹੋਇਆ ਹੈ। ਸੇ ਬੜ ਭਾਗੀ ਮਾਏ। ਹੇ ਮਾਏ, ਮਾਤਾ ਦੀ ਨਿਆਈ ਸਖੀ, ਉਹ ਬੜ ਭਾਗੀ, ਵੱਡਿਆਂ ਭਾਗਾਂ ਵਾਲਾ ਹੈ, ਜਿਸ ਨੂੰ ਸੁੱਖਾਂ ਦਾ ਦਾਤਾ ਪਰਮੇਸ਼ਰ ਮਿਲਿਆ ਹੈ, ਪ੍ਰਾਪਤ ਹੋਇਆ ਹੈ। ਸਖੀ ਨਾਲ ਬਸਾਂ ਆਪਣੇ ਨਾਹ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿਲਿਆ। ਹੇ ਸਖੀਏ, ਮੈਂ ਤਾਂ ਆਪਣੇ ਪਿਆਰੇ ਪ੍ਰੀਤਮ ਪਤੀ ਦੇ ਹਰ ਵਕਤ ਨਾਲ ਵਸਦੀ ਹਾਂ। ਮੇਰਾ ਅੰਤਸ ਕਰਨ ਤੇ ਮੇਰਾ ਸਰੀਰ ਉਸ ਹਰੀ ਅਕਾਲ ਪੁਰਖ ਦੇ ਸੰਗ, ਹਰੀ ਅਕਾਲ ਪੁਰਖ ਦੇ ਨਾਲ ਹਿਲਿਆ ਗਿੱਜ ਗਿਆ ਹੈ। ਜੈਸਾ ਕਿ ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ। ਕਿ ਉਹ ਪਰਮੇਸ਼ਰ ਅਕਾਲ ਪੁਰਖ ਹੈ ਜੋ ਉਹ ਹਰ ਵਕਤ ਮੇਰੇ ਨਾਲ ਵਸਦਾ ਹੈ। ਮੇਰਾ ਮਨ ਤੇ ਮੇਰਾ ਸਰੀਰ ਹਰੀ ਅਕਾਲ ਪੁਰਖ ਦੇ ਨਾਲ ਹਿੱਲਿਆ ਹੈ, ਗਿੱਜ ਗਿਆ ਹੈ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਫਿਰ ਮਿਲਿਆ। ਹੇ ਸਖੀਏ, ਸੁਣਨਾ ਕਰ, ਮੇਰੀ ਸਮਾਧੀ ਰੂਪੀ ਸ਼ਾਂਤੀ ਰੂਪੀ ਨੀਂਦ ਚੰਗੀ ਹੈ।
ਇਸ ਵਿੱਚ ਮੈਨੂੰ ਆਪਣਾ ਪਤੀ ਪਰਮੇਸ਼ਰ ਮਿਲਿਆ ਹੈ। ਸੁਣ ਸਖੀਏ ਮੇਰੀ ਨੀਂਦ ਭਲੀ, ਹੇ ਸਖੀਏ ਸੁਣਨਾ ਕਰ, ਮੇਰੀ ਸਮਾਧੀ ਰੂਪੀ ਸ਼ਾਂਤੀ ਰੂਪੀ ਨੀਂਦ ਚੰਗੀ ਹੈ। ਇਸ ਵਿੱਚ ਮੈਨੂੰ ਆਪਣਾ ਪਤੀ ਪਰਮੇਸ਼ਰ ਮਿਲਿਆ ਹੈ ਕਿ ਸਮਾਧੀ ਰੂਪੀ ਸ਼ਾਂਤੀ ਰੂਪੀ ਨੀਂਦ ਦੇ ਵਿੱਚ ਮੈਨੂੰ ਆਪਣਾ ਪਤੀ ਪਰਮੇਸ਼ਰ ਮਿਲਿਆ ਹੈ। ਭ੍ਰਮ ਖੋਇਓ ਸਾਤ ਸਹਿਜ ਸੁਆਮੀ, ਪ੍ਰਗਾਸ ਭਇਆ ਕੌਲ ਖਿਲਿਆ। ਭ੍ਰਮ ਖੋਇਓ ਸਾਤ ਸਹਿਜ ਸੁਆਮੀ, ਸਹਿਜ ਸੁਭਾਵਕ ਹੀ ਸੁਆਮੀ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੋਣ ਕਰਕੇ ਜੋ ਜੰਮਣ ਮਰਨ ਭਾਵ ਜੀਵ ਈਸ਼ ਦੇ ਭੇਦ ਦਾ ਭਰਮ ਸੀ ਉਹ ਖੋਇਓ ਨਾਸ ਹੋ ਗਿਆ ਤੇ ਆਤਮਿਕ ਸ਼ਾਂਤੀ ਪ੍ਰਾਪਤ ਹੋ ਗਈ। ਜਦੋਂ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣ ਹੋਇਆ, ਤਦੋਂ ਦਾ ਹਿਰਦਾ ਕੌਲ ਵਾਂਗ ਖਿੜ ਪਿਆ ਹੈ। ਹੇ ਸਖੀਏ ਸਾਡੇ ਅੰਦਰ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਜਿੰਨਾ ਅਪਰੋਖ ਗਿਆਨ ਹੋਇਆ ਹੈ, ਜੋ ਪਹਿਲਾਂ ਅਵਿਦਿਆ ਰੂਪੀ ਰਾਤ ਦੇ ਪ੍ਰਤਾਪ ਕਰਕੇ ਮਿਟਿਆ ਹੋਇਆ ਸੀ, ਹੁਣ ਗਿਆਨ ਰੂਪੀ ਦਿਨ ਚੜ੍ਹ ਕੇ ਕੌਲ ਕਮਲ ਦੀ ਨਿਆਈ ਰਿਦਾ ਖਿੜ ਗਿਆ ਹੈ। ਇਸ ਵਿੱਚ ਕਰਨਾ ਮੈਤਰੀ ਰੂਪ ਪੰਖੜੀਆਂ ਖਿੜ ਗਈਆਂ ਹਨ, ਜਿਸ ਵਿੱਚੋਂ ਸ਼ਾਂਤੀ ਧੀਰਜ ਖਿਮਾ ਰੂਪੀ ਮਹਿਕ ਨਿਕਲ ਆਈ ਹੈ ਅਤੇ ਜਗਿਆਸੂ ਰੂਪੀ ਭੌਰੇ ਪ੍ਰਸੰਨ ਹੁੰਦੇ ਹਨ। ਬਰ ਪਾਇਆ ਪ੍ਰਭ ਅੰਤਰਜਾਮੀ, ਨਾਨਕ ਸੁਹਾਗ ਨਾ ਟਲਿਆ। ਸਤਿਗੁਰੂ ਜੀ ਕਥਨ ਕਰਦੇ ਹਨ, ਗੁਰੂ ਅਰਜਨ ਦੇਵ ਮਹਾਰਾਜ ਜੀ, ਕਿ ਜਦੋਂ ਤੋਂ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਤੀ ਪਰਮੇਸ਼ਰ ਪਾ ਲਿਆ ਹੈ, ਤਦੋਂ ਦਾ ਮੇਰਾ ਸੁਹਾਗ ਆਨੰਦ ਹਟਿਆ ਨਹੀਂ। ਬਰ ਪਾਇਆ ਪ੍ਰਭ ਅੰਤਰਜਾਮੀ, ਨਾਨਕ ਸੁਹਾਗ ਨਾ ਟਲਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਦੋਂ ਤੋਂ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਤੀ ਪ੍ਰਭੂ ਪਰਮੇਸ਼ਰ ਪਾ ਲਿਆ ਹੈ, ਤਦੋਂ ਤੋਂ ਮੇਰਾ ਸੁਹਾਗ ਆਨੰਦ ਟਲਿਆ ਨਹੀਂ, ਹਟਿਆ ਨਹੀਂ ਹੈ। ਜੈਸਾ ਕਿ ਬਰ ਪਾਇਆ ਪੁਰਖ ਅਗੰਮ ਅਗੋਚਰ, ਸਾਧ ਨਵ ਤਨ ਬਾਲ ਸਖਾਈ, ਕਿ ਜਦੋਂ ਦਾ ਪਤੀ ਪਰਮੇਸ਼ਰ ਪਾ ਲਿਆ ਹੈ, ਉਦੋਂ ਦਾ ਮੇਰਾ ਆਨੰਦ, ਮੇਰੇ ਮਨ ਦੀਆਂ ਖੁਸ਼ੀਆਂ ਟਲੀਆਂ ਨਹੀਂ, ਖੁਸ਼ੀਆਂ ਹੀ ਖੁਸ਼ੀਆਂ ਬਣੀਆਂ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਸਖੀਆਂ ਦਾ ਸੰਵਾਦ ਕਰਕੇ ਸਮਝਾਉਣਾ ਕੀਤਾ ਹੈ। ਅੱਗੇ 52 ਅੱਖਰੀ ਗੌੜੀ ਰਾਗ ਦੇ ਵਿੱਚ ਜੋ ਬਾਣੀ ਸੁਸ਼ੋਭਿਤ ਹੈ, ਉਸ ਬਾਰੇ ਉਥਾਨਕਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੌੜੀ 52 ਅੱਖਰੀ, ਮਹੱਲਾ 5ਵਾਂ ਸ਼ਲੋਕ। ਇਸ ਬਾਰੇ ਉਥਾਨਕਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕਾਂਸੀ ਤੋਂ ਇੱਕ ਪੰਡਤ ਗੁਰੂ ਸਾਹਿਬ ਜੀ ਦੇ ਪਾਸ ਆਇਆ। ਉਸ ਨੇ 52 ਅੱਖਰਾਂ ਦੁਆਰਾ ਉਪਦੇਸ਼ ਸਰਵਣ ਕਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ, ਸੰਸਕ੍ਰਿਤ ਦੇ ਜੋ 52 ਅੱਖਰ ਹਨ ਉਹਨਾਂ ਦਾ ਸਿਧਾਂਤ ਕੀ ਹੈ। ਦੂਸਰਾ, ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1647 ਸੰਮਤ ਵਿੱਚ ਸ੍ਰੀ ਤਰਨ ਤਾਰਨ ਸਰੋਵਰ ਭਰ ਕੇ ਵਰ ਦਿੱਤਾ ਸੀ ਕਿ ਜੋ ਸਰਧਾ ਭਾਵਨਾ ਨਾਲ ਇੱਥੇ ਆ ਕੇ ਇਸ਼ਨਾਨ ਕਰੇਗਾ, ਉਸ ਦੀਆਂ ਮਨੋਕਾਮਨਾ ਪੂਰਨ ਹੋ ਜਾਣਗੀਆਂ, ਕੋੜੀਆਂ ਦੇ ਕੋੜ ਵੀ ਦੂਰ ਹੋ ਜਾਣਗੇ। ਇਹ ਗੱਲ ਸੁਣ ਕੇ ਸੰਗਤਾਂ ਬਹੁਤ ਹੀ ਹੁਮਾ ਕੇ ਜਾਣ ਲੱਗ ਪਈਆਂ। ਸ੍ਰੀ ਤਰਨ ਤਾਰਨ ਸਾਹਿਬ ਕਿ ਜਦੋਂ ਸੰਗਤਾਂ ਹੁਮਾ ਕੇ ਜਾਣ ਲੱਗ ਪਈਆਂ ਤਾਂ ਮਾਤਾ ਗੰਗਾ ਜੀ ਨੇ ਵੀ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ
ਕਿ ਮੈਨੂੰ ਵੀ ਆਗਿਆ ਦੇਵੋ, ਮੈਂ ਵੀ ਸ੍ਰੀ ਤਰਨਤਾਰਨ ਸਾਹਿਬ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਾਵਾਂ। ਗੁਰੂ ਜੀ ਨੇ ਆਗਿਆ ਦੇ ਦਿੱਤੀ ਮਾਤਾ ਗੰਗਾ ਜੀ ਨੂੰ। ਉਸ ਦਿਨ ਮੱਸਿਆ ਦਾ ਦਿਹਾੜਾ ਹੋਣ ਕਰਕੇ ਮਾਤਾ ਜੀ ਦੇ ਨਾਲ ਹੋਰ ਵੀ ਧਨਾੜ ਇਸਤਰੀਆਂ ਤਿਆਰ ਹੋ ਗਈਆਂ, ਜਿਨ੍ਹਾਂ ਦੇ ਗਲਾਂ ਵਿੱਚ ਬਹੁਤ ਕਿਸਮਾਂ ਦੇ ਹਾਰ, ਸੋਨੇ ਦੇ ਗਹਿਣੇ ਆਦਿਕ ਪਹਿਰੇ ਹੋਏ ਸਨ, ਪਹਿਨੇ ਹੋਏ ਸਨ। ਤੇ ਰਸਤੇ ਵਿੱਚ ਜਾਂਦੀਆਂ ਉਹਨਾਂ ਇਸਤਰੀਆਂ ਨੇ ਕਿਹਾ ਮਾਤਾ ਗੰਗਾ ਜੀ ਨੂੰ ਕਿ ਮਾਤਾ ਜੀ ਸਾਰੇ ਜਗਤ ਦੇ ਪੂਜਨੀਕ ਹੋ ਕੇ ਵੀ ਆਪ ਸਾਦਾ ਲਿਬਾਸ ਕਿਉਂ ਰੱਖਦੇ ਹੋ? ਘਰ ਵਿੱਚ ਸਾਰੇ ਪਦਾਰਥ ਹਨ, ਪਰ ਮਾਤਾ ਜੀ ਸਦਾ ਸਾਦਾ ਲਿਬਾਸ ਰੱਖਦੇ ਸਨ, ਕੇਸਾਂ ਦਾ ਜੂੜਾ ਕਰਕੇ ਰੱਖਦੇ ਸਨ। ਉਸ ਵੇਲੇ ਤਾਂ ਮਾਤਾ ਜੀ ਚੁੱਪ ਕਰ ਗਏ। ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਕੁਝ ਪਹਿਨਦੇ ਕਿਉਂ ਨਹੀਂ? ਜਦੋਂ ਤਰਨਤਾਰਨ ਸਰੋਵਰ ਵਿੱਚ ਇਸ਼ਨਾਨ ਕਰਕੇ ਵਾਪਸ ਆਏ, ਸੰਮਤ 1647 17 ਵੈਸਾਖ ਨੂੰ ਤਾਲ ਖੁਦਾਇਆ ਅਤੇ ਸੰਮਤ 1653 ਵਿੱਚ ਤਰਨਤਾਰਨ ਨਗਰ ਆਬਾਦ ਕੀਤਾ, ਤਾਂ ਮਾਤਾ ਜੀ ਨੇ ਸਤਿਗੁਰਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੁਆਮੀ ਜੀ, ਜਿਸ ਵੇਲੇ ਮੈਂ ਤਰਨਤਾਰਨ ਗਈ ਤਾਂ ਰਸਤੇ ਵਿੱਚ ਧਨਾੜ ਔਰਤਾਂ ਨੇ ਮੈਨੂੰ ਤਰਕ ਮਾਰੀ ਕਿ ਸਾਰੇ ਜਗਤ ਦੇ ਪੂਜਨੀਕ ਹੋ ਕੇ ਤੁਸੀਂ ਕੋਈ ਗਹਿਣਾ ਆਦਿਕ ਨਹੀਂ ਪਾਇਆ। ਗੁਰੂ ਜੀ ਕਹਿਣ ਲੱਗੇ ਕਿ ਕੈਸਾ ਗਹਿਣਾ ਚਾਹੁੰਦੇ ਹੋ ਜੋ ਚੋਰ ਲੁੱਟ ਲੈਣ, ਜਾਂ ਐਸਾ ਗਹਿਣਾ ਜੋ ਲੋਕ ਪਰਲੋਕ 'ਚ ਪੱਤ ਰੱਖੇ? ਕਿਹੜਾ ਗਹਿਣਾ ਚਾਹੁੰਦੇ ਹੋ ਤੁਸੀਂ? ਜੋ ਲੋਕਾਂ ਦੇ ਵਿੱਚ ਲੁੱਟਿਆ ਜਾਂਦਾ ਹੈ ਉਹ ਚਾਹੁੰਦੇ ਹੋ, ਜਾਂ ਅਜਿਹਾ ਗਹਿਣਾ ਜੋ ਪਰਲੋਕ ਵਿੱਚ ਪੱਤ ਰੱਖੇ, ਇੱਜ਼ਤ ਰੱਖੇ? ਮਾਤਾ ਜੀ ਕਹਿਣ ਲੱਗੇ ਕਿ ਐਸਾ ਗਹਿਣਾ ਜੋ ਪਰਲੋਕ ਵਿੱਚ ਪੱਤ ਰੱਖੇ, ਇੱਜ਼ਤ ਰੱਖੇ। ਤਾਂ ਗੁਰੂ ਜੀ ਨੇ 52 ਅੱਖਰੀ ਬਾਣੀ ਉਚਾਰੀ। ਗੁਰੂ ਜੀ ਕਹਿਣ ਲੱਗੇ ਇਹ ਕੰਠ ਵਿੱਚ ਲਓ ਕਿ ਲੋਕ ਪਰਲੋਕ ਦਾ ਭੂਖਣ ਹੈ। ਜਿਵੇਂ ਗਹਿਣੇ ਵਿੱਚ ਧਾਗਾ ਹੁੰਦਾ ਹੈ, ਇਸੇ ਤਰ੍ਹਾਂ ਇਸ ਵਿੱਚ ਪੌੜੀਆਂ ਤੇ ਸ਼ਲੋਕ ਹਨ। ਇਸ ਵਿੱਚ ਬੈਰਾਗ ਵਾਲੇ ਬਚਨ ਰਤਨ ਦੀ ਨਿਆਈ ਹਨ, ਪ੍ਰੇਮ ਵਾਲੇ ਬਚਨ ਲਾਲ ਹਨ, ਗਿਆਨ ਵਾਲੇ ਬਚਨ ਜਵਾਹਰ ਹਨ ਅਤੇ ਕਰਨਾ ਮੁੱਦਤਾ ਅਪੇਖਿਆ ਆਦਿਕ ਮਣੀਆਂ ਦਿੱਤੀਆਂ ਹਨ। ਭਗਤੀ ਰੂਪੀ ਚੂੜਾ ਮਣੀ ਗਹਿਣਾ ਬਖਸ਼ਿਆ ਹੈ। ਨਾਮ ਸੰਬੰਧੀ ਬਚਨ ਹੀਰੇ ਹਨ ਕਿ ਸ਼ੁੱਧਤਾ ਸੰਬੰਧੀ ਬਚਨ ਮੋਤੀ ਹਨ। ਬਾਣੀ ਰੂਪ ਧਾਗਾ ਹੈ, ਬਾਣੀ ਰੂਪ ਧਾਗੇ ਵਿੱਚ ਇਹ ਸਭ ਮੋਤੀ ਗਹਿਣੇ ਆਦਿ ਪਰੋਏ ਹੋਏ ਹਨ। ਇਹ ਪਹਿਨ ਕੇ ਲੋਕ ਪਰਲੋਕ ਵਿੱਚ ਸੁੱਖ ਮਿਲੇਗਾ। ਉਸ ਤੋਂ ਬਾਅਦ ਚਰਚਾ ਪੰਡਤ ਨਾਲ ਹੋਈ। ਬਾਣੀ ਮਾਤਾ ਗੰਗਾ ਜੀ ਨੂੰ ਅਰਪੀ। ਮਾਤਾ ਜੀ ਨੇ ਪੁੱਛਿਆ ਕਿ ਮਹਾਰਾਜ, ਜਿਸ ਵਿੱਚ ਗਹਿਣੇ ਰੱਖੇ ਜਾਂਦੇ ਹਨ ਉਹ ਡੱਬੇ ਦੇ ਉੱਤੇ 2 ਚੱਕਰ ਹੁੰਦੇ ਹਨ, ਹੇਠਲਾ ਤੇ ਉੱਪਰਲਾ। ਇਸ ਬਾਣੀ ਵਿੱਚ ਕਿਹੜੇ ਢੱਕਣ ਹਨ? ਗੁਰੂ ਜੀ ਕਹਿਣ ਲੱਗੇ ਕਿ ਆਦ ਅੰਤ ਜੋ ਸ਼ਲੋਕ ਪੜ੍ਹਨਾ ਹੈ ਇਹ ਇਸ ਦੇ ਢੱਕਣ ਹਨ। ਇਸ ਦੇ ਵਿੱਚ ਗਿਆਨ ਰੂਪ ਗਹਿਣਾ ਰੱਖਿਆ ਹੋਇਆ ਹੈ। ਇਹ ਸ਼ਲੋਕ ਨੂੰ ਵਾਧੂ ਸਮਝ ਕੇ ਛੱਡਣਾ ਨਹੀਂ। ਹੁਕਮ ਕੀਤਾ ਕਿ ਇਹ ਸ਼ਲੋਕ ਆਦ ਅੰਤ ਪੜ੍ਹਨਾ। ਗਰੀਬ ਨਿਵਾਜ ਸਤਿਗੁਰੂ ਜੀ 52 ਅੱਖਰੀ ਨਾਮ ਦੀ ਬਾਣੀ ਦੇ ਸੰਬੰਧ ਵਿੱਚ ਭਾਈ ਵੀਰ ਸਿੰਘ ਜੀ ਦੇ ਬਹੁਤ ਵੱਡੇ ਸੁੰਦਰ ਬਚਨ ਹਨ। ਇਹ ਮਹਾਰਾਜ ਜੀ ਨੇ 52 ਅੱਖਰੀ ਸੰਗਤਾਂ ਨੂੰ ਬਖਸ਼ਿਸ਼ ਕੀਤੀ। ਇਸ ਬਾਣੀ ਦਾ ਸਮੁੱਚਾ ਭਾਵ ਹੈ ਕਿ ਬਾਣੀ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਸ਼ਲੋਕ ਦੇ ਅੰਦਰ ਸ਼ਲੋਕ ਸਵੈ ਸਰੂਪੀ ਲੋਕ ਪ੍ਰਕਾਸ਼ ਦੀ ਪ੍ਰਾਪਤੀ ਕਰਨ ਵਾਲੇ ਲੋਕ ਸੁਭ ਇੱਛਾ ਨੂੰ ਵਿਚਾਰਨਾ ਤਮੋ ਮਨਸਾ ਸਤ ਪਦ ਪਦਾਰਥ ਅਭਾਵਨੀ ਤੁਰਿਆ ਪਾਦੇ ਸਰੂਪ ਦੇ ਪ੍ਰਕਾਸ਼ ਵਾਸਤੇ
ਸ਼ਲੋਕ ਰਚੇ ਹਨ। ਸ਼ਲੋਕ ਸਰੂਪ ਸਮੀਪ ਸਜੋ ਕੈਵਲ ਮੁਕਤੀ ਬਦੇ ਮੁਕਤੀ ਜੀਵਨ ਮੁਕਤੀ, ਇਹ ਮੁਕਤੀ ਦੀਆਂ ਪੌੜੀਆਂ ਤੇ ਸ਼ਲੋਕ ਰਚੇ ਹਨ। ਪੌੜੀ ਭੂਮਿਕਾ ਰੂਪ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸ਼ਲੋਕ ਦੇ ਵਿੱਚ ਉਚਾਰਨ ਕਰਦੇ ਹਨ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ, ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਧਵ ਸਹੋਦਰਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਉਚਾਰਨ ਕਰਦੇ ਹਨ, ਗੁਰਦੇਵ ਮਾਤਾ ਕਿ ਗੁਰ ਅਤੇ ਦੇਵ ਦੇ ਵਿਚਾਲੇ ਨਾਨਕ ਪਦ ਸਮਝਣਾ। ਗੁਰੂ ਨਾਨਕ ਦੇਵ ਜੀ ਸਾਡੇ ਮਾਤਾ ਅਤੇ ਗੁਰੂ ਨਾਨਕ ਦੇਵ ਜੀ ਹੀ ਸਾਡੇ ਪਿਤਾ ਹਨ। ਜੋ ਅਗਿਆਨ ਦਾ ਹਨੇਰਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਹਨ, ਉਹ ਗੁਰੂ ਹੈ ਕਿ ਪੂਜਨੀਕ ਹੈ। ਸੂਰਜ ਦੀ ਨਿਆਈ ਹਨ, ਰਾਜਾ ਰੂਪ ਹਨ, ਵੱਡੇ ਹਨ ਜਿਵੇਂ ਬੱਚੇ ਦੀ ਮਾਤਾ ਦੁੱਧ ਚੰਘਾ ਕੇ ਬੱਚੇ ਦੀ ਪਾਲਣਾ ਕਰਦੀ ਹੈ ਅਤੇ ਆਪਣੇ ਸੀਨੇ ਨਾਲ ਲਗਾ ਕੇ ਰੱਖਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਗੁਰ ਉਪਦੇਸ਼ ਰੂਪੀ ਦੁੱਧ ਚੰਘਾ ਕੇ ਸਿੱਖ ਰੂਪ ਬੱਚੇ ਦੀ ਪਾਲਣਾ ਕਰਦੇ ਹਨ। ਗੁਰੂ ਜੀ ਕਿਰਪਾ ਰੂਪੀ ਸ਼ਾਂਤੀ ਨਾਲ ਲਾ ਕੇ ਰੱਖਦੇ ਹਨ। ਇਸ ਕਰਕੇ ਮਾਤਾ ਦੀ ਨਿਆਈ ਹਨ। ਜਿਵੇਂ ਪਿਤਾ ਆਪਣੇ ਬੱਚਿਆਂ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਖਵਾਉਂਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸਾਰਿਆਂ ਵੇਦਾਂ ਸ਼ਾਸਤਰਾਂ ਨੂੰ ਮੱਥ ਕੇ ਗੁਰਬਾਣੀ ਰੂਪੀ ਅਮੋਲਕ ਵਸਤੂ ਲਿਆ ਕੇ ਸਿੱਖਾਂ ਨੂੰ ਦਿੱਤੀ ਹੈ ਕਿ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਵ ਸਹੋਦਰਾ। ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਅਗਿਆਨ ਰੂਪੀ ਸ਼ਤਰੂ ਨੂੰ ਭੰਨਣ ਵਾਲੇ ਹਨ ਕਿ ਮਿੱਤਰ ਦੀ ਨਿਆਈ ਹਨ। ਅਵਰਨ ਦਾ ਪੜਦਾ ਬਖੇਬ ਸ਼ਕਤੀ ਆਦਿਕ ਸਭ ਨੂੰ ਨਾਸ ਕਰਨ ਵਾਲੇ ਹਨ। ਗੁਰਦੇਵ ਬੰਧਵ ਸਹੋਦਰਾ, ਫਿਰ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਬੰਧਵ ਸੰਬੰਧੀਆਂ ਦੀ ਨਿਆਈ ਹਨ। ਜਿਵੇਂ ਸਹੋਦਰਾ ਸਕਾ ਭਰਾ ਹੋਵੇ, ਭਾਵ ਇੱਕੋ ਹੀ ਪੇਟ ਤੋਂ ਜਨਮ ਲੈਣ ਵਾਲੇ ਭਰਾਵਾਂ ਵੱਤ ਹਨ ਗੁਰੂ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ ਕਿ ਗੁਰਦੇਵ ਗੁਰੂ ਨਾਨਕ ਦੇਵ ਜੀ ਹੀ ਹਰੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਦੇ ਉਪਦੇਸ਼ ਦਾਤੇ ਹਨ। ਜਿਸ ਦਾਤ ਨੂੰ ਕੋਈ ਨਹੀਂ ਦੇ ਸਕਦਾ, ਗੁਰੂ ਹੀ ਦੇ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦਾ ਇਕੱਲਾ ਵਾਹਿਗੁਰੂ ਮੰਤਰ ਹੀ ਨਿਰੋਧਰਾ ਨਿਤ ਆਸਰੇ ਉਧਾਰ ਕਰਨ ਵਾਲਾ ਹੈ, ਭਾਵ ਹੋਰ ਕਿਸੇ ਮੰਤਰ ਦੀ ਲੋੜ ਨਹੀਂ ਹੈ। ਵਾਹਿਗੁਰੂ ਗੁਰ ਮੰਤਰ ਵਿਸ਼ੇਸ਼ ਕਰਕੇ ਇੰਦਰੀਆਂ ਮਨ ਨੂੰ ਨਿਰੋਧ ਕਰਨ ਵਾਲਾ, ਭਾਵ ਰੋਕਣ ਵਾਲਾ ਹੈ। ਗੁਰਦੇਵ ਸਾਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ ਕਿ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਸੰਤੋਖ ਵਿੱਚ ਅੰਦਰੋਂ ਠੰਡੇ ਤੇ ਤ੍ਰਿਪਤ ਤ੍ਰੈ ਕਾਲ ਆਵਾਦ ਅਤੇ ਗਿਆਨ ਸਰੂਪ ਹਨ। ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਗੁਰੂ ਨਾਨਕ ਦੇਵ ਜੀ ਪਾਰਸ ਇੱਕ ਅਮੋਲਕ ਪੱਥਰ ਜਿਸ ਨਾਲ ਲੋਹਾ ਸੋਨਾ ਬਣ ਜਾਂਦਾ ਹੈ ਕਿ ਗੁਰੂ ਜੀ ਪਾਰਸ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਰਸ ਦੇ ਛੋਹਣ ਤੋਂ ਵੀ ਦੂਰ ਹਨ, ਭਾਵ ਪਾਰਸ ਅੱਠਾਂ ਧਾਤਾਂ ਨੂੰ ਸੋਨਾ ਬਣਾਉਂਦਾ ਹੈ ਪਰ ਪਾਰਸ ਨਹੀਂ ਬਣਦਾ। ਪਰ ਗੁਰਦੇਵ ਜੀ ਗੁਰਸਿੱਖਾਂ ਨੂੰ ਬ੍ਰਹਮ ਦਾ ਰੂਪ ਬਣਾ ਦਿੰਦੇ ਹਨ। ਪਾਰਸ ਮੈਂ ਅਰ ਸੰਤ ਬੜੋ ਮੰਤਰੋ ਜਾਨ, ਬਹਿ ਲੋਕ ਕੰਚਨ ਕਰੇ ਜਹ ਕਰੇ ਆਪ ਸਮਾਨ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ। ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਤੀਰਥ ਤੇ ਨਾਮ ਅੰਮ੍ਰਿਤ ਦੇ ਸਰੋਵਰ ਹਨ। ਜੋ ਇਸ ਵਿੱਚ ਨਿਸਕਾਮ ਹੋ ਕੇ ਸਰਧਾ ਨਾਲ ਮੱਜਨ ਕਰਦਾ ਹੈ, ਇਸ਼ਨਾਨ ਕਰਦਾ ਹੈ, ਟੁੰਬੀ ਮਾਰ ਕੇ ਇਸ਼ਨਾਨ ਕਰਦਾ ਹੈ, ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਗੁਰੂ ਭਾਵ ਅਪਰੋਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੇ ਗਿਆਨ ਦਾ
ਮੱਜਨ ਗਿਆਨ ਦਾ ਅਪਰੰਪਰਾ ਸ੍ਰੇਸ਼ਟ ਤੋਂ ਸ੍ਰੇਸ਼ਟ ਗੁਰੂ ਰੂਪ ਤਲਾਬ ਵਿੱਚ ਜੋ ਗਿਆਨ ਰੂਪੀ ਅੰਮ੍ਰਿਤ ਹੈ, ਉਸ ਵਿੱਚ ਜਿਸ ਮਨੁੱਖ ਨੇ ਸਰਦਾ ਭਾਵਨਾ ਨਾਲ ਇਸ਼ਨਾਨ ਕੀਤਾ ਹੈ, ਉਹ ਬ੍ਰਹਮਾ ਦੇ ਰੂਪ ਨੂੰ ਪਾ ਲੈਂਦਾ ਹੈ, ਉਹ ਪਰਮੇਸ਼ਰ ਦੇ ਰੂਪ ਨੂੰ ਪਾ ਲੈਂਦਾ ਹੈ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤਰ ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਕਰਤਾ ਸਭ ਪਾਪ ਹਰਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਤਪੰਨ ਕਰਨ ਵਾਲੇ ਰਚਨਹਾਰ ਪਰਮੇਸ਼ਰ ਦਾ ਰੂਪ ਹਨ, ਜੋ ਸਾਰਿਆਂ ਦੇ ਗੁਨਾਹਾਂ ਨੂੰ ਨਾਸ ਕਰਨ ਵਾਲੇ ਹਨ। ਅਤੇ ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇ ਕੇ ਪਤਿਤ ਪਾਪੀਆਂ ਨੂੰ ਪਵਿੱਤ ਨਿਰਮਲ ਕਰ ਦਿੱਤਾ ਹੈ। ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਪਰਮੇਸ਼ਰ ਦਾ ਰੂਪ ਹੋਣ ਕਰਕੇ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਆਦਿ ਜੁਗਾਦ ਸਦਾ ਸਦਾ ਪਹਿਲਾਂ ਵੀ ਸੀ ਤੇ ਹੁਣ ਵੀ ਜੁਗਾਂ ਜੁਗਾਂ ਵਿੱਚ ਵੀ ਹਨ ਤੇ ਅੱਗੇ ਨੂੰ ਹੋਣਗੇ। ਜੀਵ ਤੇ ਈਸ਼ ਨੂੰ ਸੰਯੁਕਤ ਕਰਕੇ ਆਪਣੀ ਚੇਤਨ ਸੱਤਾ ਦੁਆਰਾ ਏਕਤਾ ਕਰਨ ਵਾਲੇ ਹਨ। ਗੁਰਦੇਵ ਮੰਤ ਹਰ ਜਪ ਉਦਰਾ, ਕਿ ਗੁਰਦੇਵ ਦੁਆਰਾ ਪਰਮੇਸ਼ਰ ਦਾ ਨਾਮ ਜਪ ਜਪਿਆ ਹੈ, ਉਹਨਾਂ ਦਾ ਸੰਸਾਰ ਸਮੁੰਦਰ ਤੋਂ ਉਧਾਰ ਹੋ ਜਾਂਦਾ ਹੈ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਹੇ ਪਰਮੇਸ਼ਰ ਜੀ, ਕਿਰਪਾ ਕਰਕੇ ਐਸੇ ਗੁਰਦੇਵ ਦੀ ਸੰਗਤ ਨਾਲ ਸਾਨੂੰ ਮਿਲਣਾ ਕਰੋ। ਹੇ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ, ਕਿਰਪਾ ਕਰਕੇ ਸਾਨੂੰ ਹਰੀ ਵਾਹਿਗੁਰੂ ਦੀ ਸੰਗਤ ਨਾਲ ਮਿਲਣਾ ਕਰੋ, ਜਿਸ ਸੰਗਤ ਕਰਕੇ ਹਮ ਮੂੜ ਪਾਪੀ ਜਿਤ ਲਗ ਤਰਾ, ਜਿਸ ਕਰਕੇ ਹਮ ਤਮਾਮ ਮੂੜ ਮੂਰਖ ਤੇ ਪਾਪੀ ਗੁਨਾਹਗਾਰ ਜੀਵ ਵੀ ਤਰ ਜਾਂਦੇ ਹਨ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਾਰਾ। ਗੁਰਦੇਵ ਗੁਰੂ ਨਾਨਕ ਦੇਵ ਜੀ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਰੂਪ ਹਨ। ਗੁਰੂ ਪ੍ਰਕਾਸ਼ ਰੂਪ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਸਰੂਪ ਹਨ। ਗੁਰਦੇਵ ਨਾਨਕ ਹਰਿ ਨਮਸਕਾਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਗੁਰਦੇਵ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਨੂੰ ਅਸੀਂ ਨਮਸਕਾਰਾ ਮੱਥਾ ਟੇਕਦੇ ਹਾਂ। ਇਸ ਪਾਵਨ ਸ਼ਬਦ ਵਿੱਚ ਜੋ ਗੁਰੂ ਜੀ ਨੂੰ ਮਾਤਾ ਅਤੇ ਪਿਤਾ ਦੀ ਨਿਆਈ ਦੱਸਿਆ ਹੈ, ਉੱਥੇ ਮਾਤਾ ਪਿਤਾ ਵਾਲੇ ਗੁਣ ਗੁਰੂ ਵਿੱਚ ਹਨ, ਪਰ ਅੰਤਰੀ ਵਿਭਾਵ ਵਿੱਚੋਂ ਜੋ ਵਿਖਿਆਕਾਰ ਪਹਿਲਾਂ ਗੁਰੂ ਮਾਤਾ ਨੂੰ ਕਹਿੰਦੇ ਹਨ, ਫਿਰ ਦੁਬਾਰਾ ਗੁਰੂ ਪਿਤਾ ਹੋਇਆ, ਪਰਮਾਤਮਾ ਨੂੰ ਤੀਸਰੇ ਥਾਂ ਗੁਰੂ ਕਹਿੰਦੇ ਹਨ। ਉਹਨਾਂ ਦੀ ਗੱਲ ਤਾਂ ਆਪ ਹੀ ਕੱਟੀ ਜਾਂਦੀ ਹੈ। ਅੱਗੇ ਪਾਰਸ ਤੇ ਤੀਰਥ ਨੂੰ ਵੀ ਗੁਰੂ ਕਿਹਾ ਹੈ। ਇਹ ਸਭ ਗੁਣ ਗੁਰੂ ਵਿੱਚ ਮੌਜੂਦ ਹਨ। ਜੈਸਾ ਕਿ ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਕਿ ਤੀਰਥ ਦੀ ਨਿਆਈ ਗੁਰੂ ਪਾਪਾਂ ਦੀ ਮੈਲ ਲਾ ਕੇ ਪਵਿੱਤਰ ਕਰਨ ਵਾਲੇ ਹਨ। ਪਾਤਤ ਉਦਾਹਰਨ ਸਤਿਗੁਰ ਮੇਰਾ, ਮੋਹਿ ਤਿਸ ਕਾ ਪ੍ਰਭਾਸਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹੀ ਸਿਧਾਂਤ ਜੋ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਰੱਖਿਆ ਹੈ, ਉੱਥੇ ਵੀ ਈਸ਼ਰ ਗੋਰਖ ਬਰਮਾ ਪਾਰਵਤੀ ਮਾਈ ਇਹਨਾਂ ਚਾਰਾਂ ਨੂੰ ਗੁਰੂ ਨਹੀਂ ਕਿਹਾ, ਬਲਕਿ ਚਾਰਾਂ ਚੋਂ ਚਾਰ ਗੁਣ ਲੈ ਕੇ ਗੁਰੂ ਦੀ ਮਹਾਨਤਾ ਦੱਸੀ ਹੈ। ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਫਿਰ ਜਪਜੀ ਸਾਹਿਬ ਦੇ ਅਖੀਰ ਵਿੱਚ
ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਤੇ ਫਿਰ ਜਪਜੀ ਸਾਹਿਬ ਦੇ ਅਖੀਰ ਵਿੱਚ ਪਾਵਨ ਗੁਰੂ ਕਿਹਾ ਹੈ, ਪਾਣੀ ਨੂੰ ਪਿਤਾ ਧਰਤੀ ਨੂੰ ਮਾਤਾ ਕਿਹਾ ਹੈ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇੱਥੇ ਵੀ ਹਵਾ ਤੋਂ ਸਮਤਾ ਦਾ ਗੁਣ, ਪਾਣੀ ਤੋਂ ਸੀਤਲਤਾ ਤੇ ਨਿਰਮਲਤਾ ਦਾ ਗੁਣ, ਧਰਤੀ ਤੋਂ ਧੀਰਜਤਾ ਦਾ ਗੁਣ, ਇਸੇ ਤਰ੍ਹਾਂ ਅੰਤਰੀ ਵਿਭਾਵ ਵਿੱਚ ਮਾਤਾ ਪਿਤਾ ਵਾਲੇ ਗੁਣ ਗੁਰੂ ਵਿੱਚ ਦੱਸੇ ਹਨ। ਜੇਕਰ ਮਾਤਾ ਹੀ ਗੁਰੂ ਹੈ ਤਾਂ ਨਿਗਰਾ ਤਾਂ ਕੋਈ ਵੀ ਨਹੀਂ ਹੋਵੇਗਾ, ਕਿਉਂਕਿ ਮਾਤਾ ਤਾਂ ਸਭ ਨੂੰ ਹੀ ਮਿਲੀ ਹੋਈ ਹੈ। ਪਹਿਲਾਂ ਸਿੱਖਿਆ ਦੇਣ ਦੀ ਮਾਤਾ ਉਸਤਾਦ ਹੈ, ਫਿਰ ਸਕੂਲ ਵਿੱਚ ਅਧਿਆਪਕ ਉਸਤਾਦ ਹੈ, ਫਿਰ ਦੁਨਿਆਵੀ ਉਸਤਾਦ ਹਨ। ਮੁਕਤੀ ਦਾਤਾ ਗੁਰੂ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ। ਸਤਿਗੁਰ ਵਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਉ ਬਰਾ। ਕਿ ਸਤਿਗੁਰੂ ਤੋਂ ਬਿਨਾ ਗੁਰੂ ਨਹੀਂ ਹੋ ਸਕਦਾ, ਕਿ ਨਿਗੁਰੇ ਕਾਹੈ ਨਾਉ ਬਰਾ। ਜਿਸ ਨੇ ਗੁਰੂ ਨਹੀਂ ਧਾਰਨ ਕੀਤਾ ਉਸ ਦਾ ਨਾਉ ਬਰਾ ਨਾਂ ਲੈਣਾ ਵੀ ਮਾੜਾ ਕਿਹਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਮਾਂ ਹੋ ਚੁੱਕਿਆ ਹੈ, ਰਹਿੰਦੀ ਵਿਚਾਰ ਕੱਲ੍ਹ ਨੂੰ ਹੋਏਗੀ। 52 ਅੱਖਰੀ ਦੀ ਆਰੰਭਤਾ ਹੋਈ ਹੈ। ਮਹਾਰਾਜ ਕਿਰਪਾ ਕਰਨ, ਗੁਰਬਾਣੀ ਪੜ੍ਹਨ ਸੁਣਨ ਦਾ ਉਦਮ ਬਲ ਬਖਸ਼ਣ। ਕੱਲ੍ਹ ਨੂੰ ਅਗਲੇ ਸ਼ਲੋਕ ਦੀ ਵਿਚਾਰ ਹੋਏਗੀ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ।